ਪ੍ਰਾਈਮ ਉਹਦੇ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਸ਼ਾਲ ਸ਼ਰਦਾ। ਅੱਜ ਲੁਧਿਆਣਾ ਦੇ ਵਿੱਚ ਗੁਰੂ ਨਾਨਕ ਮੋਦੀਖਾਨਾ ਖੋਲ੍ਹਿਆ ਗਿਆ। ਸਿੱਖ ਵੈਲਫੇਅਰ ਕੌਂਸਲ ਵੱਲੋਂ ਸਾਡੇ ਨਾਲ ਜਿੰਦੂ ਜੀ ਮੌਜੂਦ ਨੇ, ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ। ਸਰ ਕੀ ਹੈ ਜੀ ਇਹ? ਪੂਰੇ ਪੰਜਾਬ ਦੇ ਵਿੱਚ ਪਹਿਲਾ ਪ੍ਰੋਜੈਕਟ ਜਿਹੜਾ ਸਿੱਖ ਵੈਲਫੇਅਰ ਕੌਂਸਲ ਵੱਲੋਂ ਕੀਤਾ ਗਿਆ, ਜਦੋਂ ਦਾ ਲੋਕਡਾਊਨ ਪੀਰੀਅਡ ਸ਼ੁਰੂ ਹੋਇਆ, ਕਰੋਨਾ ਬਿਮਾਰੀ ਨੇ ਫੈਲਾਅ ਕੀਤਾ ਹੈ, ਉਦੋਂ ਦਾ ਬੜੀਆਂ ਚੀਜ਼ਾਂ ਦੇ ਵਿੱਚ ਇਹ ਵੇਖਣ ਨੂੰ ਆਇਆ ਕਿ ਸਾਰੀ ਦੁਨੀਆ ਖਲੋ ਗਈ। ਪਰ ਜੇ ਨਹੀਂ ਖਲੋਤਾ ਤੇ ਕਾਲਾ ਬਾਜ਼ਾਰੀ ਦਾ ਧੰਦਾ ਨਹੀਂ ਖਲੋਤਾ, ਉਹਨੂੰ ਰੋਕਣ ਵਾਸਤੇ, ਉਹਨੂੰ ਠੱਲ ਪਾਉਣ ਵਾਸਤੇ ਅਸੀਂ ਯਤਨ ਕਰ ਰਹੇ ਸੀ ਵੀ ਸ਼ਾਸਨ ਤੱਕ, ਪ੍ਰਸ਼ਾਸਨ ਤੱਕ ਪਹੁੰਚ ਕਰੀਏ। ਪਰ ਉਹਨਾਂ ਲੋਕਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਬਹੁਤ ਲੰਬਾ ਹੈ, ਜਿਹਦੇ ਨਾਲ ਕਿ ਕਰੋਨਾ ਬਿਮਾਰੀ ਲੰਘ ਜਾਣੀ ਆ, ਪਰ ਇਹ ਕਾਲਾ ਬਾਜ਼ਾਰੀ ਨੂੰ ਠੱਲ ਨਹੀਂ ਪੈਣੀ। ਸੋ ਅਸੀਂ ਸੋਚਿਆ ਸੀ ਵੀ ਕਿਸੇ ਤਰੀਕੇ ਨਾਲ ਲੋੜਵੰਦਾਂ ਲਈ ਮਦਦ ਕੀਤੀ ਜਾਵੇ, ਜਿਨ੍ਹਾਂ ਨੂੰ ਕਾਲਾ ਬਾਜ਼ਾਰੀ ਤੋਂ ਕੁਝ ਕੁ ਰਾਹਤ ਮਿਲ ਸਕੇ। ਉਹ ਰਾਹਤ ਵਾਸਤੇ ਅਸੀਂ ਇੱਕ ਗੁਰੂ ਨਾਨਕ ਮੋਦੀਖਾਨੇ ਦਾ ਪ੍ਰੋਜੈਕਟ ਲੈ ਕੇ ਆਏ ਹਾਂ, ਜਿਹਦੇ ਵਿੱਚ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਵੀ ਵੀਰ ਨੂੰ, ਚਾਹੇ ਉਹ ਗਰੀਬ ਵਰਗ ਨਾਲ ਸੰਬੰਧਿਤ ਹੈ, ਚਾਹੇ ਅਮੀਰ ਵਰਗ ਨਾਲ ਸੰਬੰਧਿਤ ਹੈ, ਕਿਸੇ ਵੀ ਜਾਤ ਬਰਾਦਰੀ ਕੋਈ ਵੀ ਹੈ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ, ਉਸ ਉਦੇਸ਼ ਦੇ ਨਾਲ ਇਸ ਮੋਦੀਖਾਨੇ ਦੇ ਵਿੱਚ ਦਵਾਈਆਂ ਜਿਸ ਭਾਅ 'ਤੇ ਖਰੀਦੀਆਂ ਜਾਣਗੀਆਂ, ਚਾਹੇ ਉਹ ਕੰਪਨੀਆਂ ਤੋਂ, ਚਾਹੇ ਬਾਜ਼ਾਰਾਂ ਤੋਂ। ਹੁਣ ਕੋਈ ਦਵਾਈ ਹੈ ਜਿਵੇਂ 15% ਲੈਸ 'ਤੇ ਮਿਲਦੀ ਹੈ, ਕੋਈ 30 'ਤੇ ਮਿਲਦੀ ਹੈ, ਤੇ ਕੋਈ 40 'ਤੇ ਵੀ ਮਿਲਦੀ ਹੈ। ਜਿਸ ਰੇਟ 'ਤੇ ਵੀ ਦਵਾਈ ਸਾਡੇ ਕੋਲ ਆਏਗੀ, ਅਸੀਂ ਪਰਚੇਜ਼ ਲਿਸਟ ਦਿਖਾ ਕੇ ਉਸੇ ਰੇਟ 'ਤੇ ਦਵਾਈ ਜਿਹੜਾ ਬੰਦਾ ਲੈਣ ਵਾਲਾ ਉਹਦੇ ਘਰ ਤੱਕ ਪਹੁੰਚਾ ਕੇ ਆਵਾਂਗੇ, ਤਾਂ ਕਿ ਉਹਦੇ ਨਾਲ ਜਿਹੜਾ ਇਹ ਕਾਲਾ ਬਾਜ਼ਾਰੀ ਦਾ ਵਿੱਚ ਦੌਰ 20-25% ਦਾ ਮਾਰਜਨ ਹੈ ਉਹ ਖਤਮ ਕੀਤਾ ਜਾ ਸਕੇ ਤੇ ਆਮ ਬੰਦੇ ਤੱਕ ਇਹ ਆਰਾਮ ਨਾਲ ਸਹੂਲਤ ਪਹੁੰਚ ਸਕੇ। ਤੇ ਸਰ ਇਸ ਦੀ ਫੰਡਿੰਗ ਦੀ ਅਗਰ ਮੈਂ ਗੱਲ ਕਰਾਂ ਤੇ ਉਹ ਫੰਡਿੰਗ ਜਿਹੜੀ ਹੈਗੀ ਸਿੱਖ ਵੈਲਫੇਅਰ ਕੌਂਸਲ ਕਰ ਰਹੀ ਹੈ ਜਾਂ ਉਹ ਕੀ ਸਾਰਾ ਹੈਗਾ ਸਿਸਟਮ? ਦੇਖੋ, ਜਿਹੜਾ ਇਨੀਸ਼ੀਅਲ ਫੰਡਿੰਗ ਹੈ ਉਹਦੇ ਵਿੱਚ ਤਾਂ ਸਿੱਖ ਵੈਲਫੇਅਰ ਕੌਂਸਲ ਦੇ ਵੀਰ ਜਿਹੜੇ ਆਪਣਾ ਦਸਵੰਧ ਕੰਟਰੀਬਿਊਸ਼ਨ ਕਰਕੇ ਕਰ ਰਹੇ ਆ, ਤੇ ਉਦੋਂ ਬਾਅਦ ਇਹਦਾ ਮੰਥਲੀ ਵੀ ਐਕਸਪੈਂਸਿਸ ਨੇ ਸਾਡੇ ਜਿਹੜੇ ਮੋਦੀਖਾਨੇ ਦੇ ਹੋਣਗੇ, ਉਹ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸਾਰੇ ਲੁਧਿਆਣਾ ਵਾਸੀ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜੋ ਇਸ ਪ੍ਰੋਜੈਕਟ ਨੂੰ ਪਿਆਰ ਕਰ ਰਹੀ ਹੈ, ਇਸ ਪ੍ਰੋਜੈਕਟ ਨੂੰ ਸਪੋਰਟ ਕਰ ਰਹੀ ਹੈ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਫਿਰ ਇਹ ਫੰਡ ਅਰੇਂਜ ਕਰਾਂਗੇ। ਕੋਈ ਸਰਕਾਰੀ ਮਦਦ ਲੈਣ ਦਾ ਵੀ ਫੈਸਲਾ ਲਿਆ ਗਿਆ? ਹਾਲੇ ਤੱਕ ਤੇ ਨਾ ਸਰਕਾਰ ਨੇ ਸਾਨੂੰ ਪੁੱਛਿਆ ਤੇ ਨਾ ਸਾਡਾ ਦਿਲ ਕਰਦਾ। ਸਰਕਾਰੀ ਮਦਦ ਲੈ ਕੇ ਇਹਨਾਂ ਦੀ ਗੁਲਾਮੀ ਕਰਨ ਨਾਲੋਂ ਸਾਨੂੰ ਬਾਗੀ ਰਹਿਣਾ ਪਸੰਦ ਆ। ਅਸੀਂ ਸਿੱਖੀਜ਼ਮ ਸਿਖਾਉਂਦਾ ਹੀ ਇੱਥੋਂ ਆ, ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੇ ਵਿੱਚ ਸਿਰਫ ਲੰਗਰ ਨਹੀਂ ਆਉਂਦੇ, ਉਹਦੇ ਵਿੱਚ ਐਜੂਕੇਸ਼ਨ ਵੀ ਆਉਂਦੀ ਆ, ਉਹਦੇ ਵਿੱਚ ਹੈਲਥ ਸਿਸਟਮਸ ਵੀ ਆਉਂਦੇ ਆ, ਉਹਦੇ ਵਿੱਚ ਸ਼ੈਲਟਰ ਵੀ ਆਉਂਦਾ, ਉਹਦੇ ਵਿੱਚ ਟਰਾਂਸਪੋਰਟ ਵੀ ਆਉਂਦੀ ਆ। ਸੋ ਮੈਂ ਬੇਨਤੀ ਕਰਦਾ ਵੀ ਇਸ ਵੇਲੇ ਸਰਬੱਤ ਦਾ ਭਲਾ ਸਿਰਫ ਸਿੱਖਾਂ ਦਾ ਮਿਸ਼ਨ ਨਹੀਂ ਹੈ, ਇਹ ਸਾਰਿਆਂ ਦਾ ਹੀ ਹੋਣਾ ਚਾਹੀਦਾ ਆ। ਗੁਪਤਾ ਜੀ ਸਾਡੇ ਨਾਲ ਖੜੇ ਨੇ, ਖਾਨ ਸਾਹਿਬ ਮੇਰਾ ਭਰਾ ਮੇਰੇ ਨਾਲ ਖੜਾ ਆ। ਜਿੰਨੇ ਜੋਗੇ ਆ ਅਸੀਂ ਰਲ ਮਿਲ ਕੇ ਸਾਰੇ ਉਪਰਾਲਾ ਕਰਾਂਗੇ, ਔਰ ਜਿੱਥੇ ਜਿੱਥੇ ਵੀ ਜੋ ਵੀ ਲੋੜ ਹੈ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਸ ਵੇਲੇ ਅਸੀਂ ਇਹ ਨਾ ਸੋਚੀਏ ਕਿ ਮੈਂ ਮਹਿੰਗੀ ਰੋਟੀ ਖਾ ਰਹਾ। ਇਸ ਵੇਲੇ ਸਿਰਫ ਇੰਨਾ ਕੁ ਸੋਚੀਏ ਵੀ ਸਰਦੀ ਬਣਦੀ ਖਾਈਏ ਔਰ ਸਰਦੀ ਬਣਦੀ ਪਚਾਈਏ ਵੀ, ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਜੇ ਮੈਂ 2 ਦਿਨ ਅਚਾਰ ਨਾਲ ਖਾ ਲੂੰਗਾ ਰੋਟੀ ਤਾਂ ਮੈਂ ਮਰ ਤਾਂ ਨਹੀਂ ਚੱਲਿਆ ਨਾ, ਠੀਕ ਹੈ। ਕਿਸੇ ਹੋਰ ਦੇ ਸਰਵਾਈਵਲ ਦਾ ਵੀ ਖਿਆਲ ਰੱਖਿਆ ਜਾਵੇ। ਜਿਹੜੇ ਸਾਡੇ ਆਂਢ ਗੁਆਂਢ ਹੈ ਸਿਰਫ ਉਹਨਾਂ ਕੁ ਸਾਂਭ ਲਓ। ਮੈਂ ਨਹੀਂ ਕਹਿੰਦਾ ਕਿ ਪੂਰੇ ਦੇਸ਼ ਦੀ ਰਿਸਪੌਂਸਿਬਿਲਿਟੀ ਲਓ, ਪਰ ਆਪਣੇ ਆਂਢ ਗੁਆਂਢ ਜਿੰਨਾ ਕੁ ਸਾਂਭ ਸਕਦੇ ਉਹਨਾਂ ਕੀ ਸਾਂਭ ਲਓ। ਔਰ ਮੇਰੇ ਖਿਆਲ ਨਾਲ ਜਿੰਦੂ ਭਾਜੀ ਨੇ, ਗੁਪਤਾ ਜੀ ਨੇ ਜਿਹੜਾ ਉਪਰਾਲਾ ਕੀਤਾ ਹੈ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਕਿ ਇਹਨਾਂ ਨੇ ਇਹੋ ਜਿਹਾ ਕੁਝ ਸੋਚਿਆ। ਇਹੋ ਜਿਹੀ ਚੀਜ਼ ਨੂੰ ਸੋਚਣਾ ਇੱਕ ਅਲੱਗ ਗੱਲ ਹੈ, ਫਿਰ ਉਹਦੇ ਉੱਤੇ ਕਾਰਗੁਜ਼ਾਰੀ ਕਰਕੇ ਉਹਨੂੰ ਪ੍ਰੈਜ਼ੈਂਟ ਕਰ ਦੇਣਾ ਲੋਕਾਂ ਦੇ ਸਾਹਮਣੇ, ਲੋਕਾਂ ਦੇ ਭਲੇ ਲਈ ਖੋਲ੍ਹ ਦੇਣਾ, ਉਹ ਉਸ ਤੋਂ ਵੱਡੀ ਗੱਲ ਹੈ। ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਔਰ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਲਈ। ਔਰ ਮੈਂ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਵੀ ਦਵਾਈਆਂ ਦੀ ਲੋੜ ਆ, ਸਿਰਫ ਲੁਧਿਆਣੇ ਸ਼ਹਿਰ 'ਚੋਂ ਨਹੀਂ, ਜਿਹੜੇ ਇੱਧਰੋਂ ਲੰਘਦੇ ਵੀ ਨੇ ਕਿਸੇ ਵੇਲੇ, ਇਹ ਸਟੋਰ ਤੁਹਾਡਾ ਸਾਰਿਆਂ ਦਾ ਹੀ ਹੈ। ਬੜੀ ਖੁਸ਼ਕਿਸਮਤੀ ਹੈ ਮੇਰੀ, ਕਾਫੀ ਦਿਨਾਂ ਤੋਂ ਘਰ ਹੀ ਸੀਗਾ। ਜੇ ਅੱਜ ਨਿਕਲਿਆ ਵੀ ਤਾਂ ਗੁਰੂ ਨਾਨਕ ਸਾਹਿਬ ਦੇ ਨਾਮ ਲਈ ਨਿਕਲੇ। ਮੋਦੀਖਾਨਾ ਖੋਲ੍ਹਿਆ ਗਿਆ ਜੀ ਲੁਧਿਆਣੇ ਦੇ ਵਿੱਚ, ਔਰ ਖਾਸੀਅਤ ਇਹ ਆ ਕਿ ਇਹ ਇੱਕ ਮੈਡੀਕਲ ਸਟੋਰ ਆ ਜਿੱਥੇ ਦਵਾਈਆਂ ਉਸੇ ਰੇਟ 'ਤੇ ਉਪਲਬਧ ਹੋਣਗੀਆਂ ਜਿਹਦੇ 'ਤੇ ਖਰੀਦੀਆਂ ਗਈਆਂ ਨੇ। ਔਰ ਮੈਂ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਨੂੰ ਕਦੀ ਵੀ ਦਵਾਈਆਂ ਦੀ ਲੋੜ ਹੋਵੇ ਲੁਧਿਆਣੇ ਸ਼ਹਿਰ ਦੇ ਵਿੱਚ, ਤਾਂ ਯਾਦ ਰੱਖਿਓ ਮੋਦੀਖਾਨੇ ਹੀ ਪਹੁੰਚਿਓ ਤੁਸੀਂ। ਔਰ ਇਹ ਸੇਵਾਵਾਂ ਤੁਹਾਡੇ ਸਾਰਿਆਂ ਵਾਸਤੇ ਨੇ, ਤੇ ਰਲ ਮਿਲ ਕੇ ਸਗੋਂ ਜਿਹੜੇ ਵੀਰ ਸੇਵਾ ਵੀ ਕਰ ਸਕਦੇ ਆ ਨਾਲ, ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਵੀ ਕਰਨ। ਧੰਨਵਾਦ। ਲੁਧਿਆਣੇ ਵਿੱਚ ਕਿਹੜੀ ਜਗ੍ਹਾ ਖੋਲ੍ਹਿਆ ਗਿਆ? ਜਗ੍ਹਾ ਗੁਰਦੁਆਰਾ ਸਾਹਿਬ ਦਾ ਪਵੇਲੀਅਨ ਮਾਲ ਦੇ ਨੇੜੇ ਹੈ ਜੀ। ਪਵੇਲੀਅਨ ਮਾਲ ਦੇ ਨੇੜੇ ਪੁਰਾਣੀ ਕਚਹਿਰੀ, ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਦੇ ਵਿੱਚ ਹੀ ਹੈ ਜੀ। ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ, ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ, ਮੈਂ ਘਰ ਖੁਦਾ ਦੇ ਜਾ ਕੇ ਬਾੜੂ ਮੋਮਬੱਤੀਆਂ, ਤੇ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ। ਇੱਕ ਦਾ ਪਾਠ ਹੈ ਪੜਿਆ
ਇੱਕ ਨੂੰ ਜਪਦਾ ਹਾਂ, ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਨਾਨਕ ਦਾ ਪੁੱਤ ਹਾਂ, ਤੇਰਾ ਤੇਰਾ ਤੋਲਾਂਗਾ। ਮੇਰੇ ਬੜੇ ਵੱਡੇ ਭਾਗ ਨੇ ਜੀ। ਮੈਂ ਮਤਲਬ 54-55 ਦਿਨ ਤੋਂ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ। ਅੱਜ ਪਹਿਲੇ ਦਿਨ ਮੈਂ ਬਾਹਰ ਨਿਕਲਿਆ ਔਰ ਜੋ ਇਹ ਸੇਵਾ ਨਿਭਾ ਰਹੇ ਨੇ ਜਾਂ ਜੋ ਇਹਨਾਂ ਸ਼ੁਰੂਆਤ ਕੀਤੀ ਹੈ ਗੁਰੂ ਨਾਨਕ ਮੋਦੀ ਖਾਨਾ ਦੀ, ਕਿ ਲੋਕਾਂ ਨੂੰ ਹਰ ਪਾਸੇ ਹੀ ਬਹੁਤ ਜ਼ਿਆਦੀਆਂ ਦਿੱਕਤਾਂ ਆ ਰਹੀਆਂ ਨੇ। ਲਾਕਡਾਊਨ ਦੇ ਨਾਲ, ਕਰਫਿਊ ਦੇ ਨਾਲ ਲੋਕਾਂ ਦੀਆਂ ਰੋਜ਼ਮਰਾ ਦੀਆਂ ਜਿਹੜੀਆਂ ਲੋੜਾਂ ਵੀ ਨਹੀਂ ਸੀ ਪੂਰੀਆਂ ਹੋ ਰਹੀਆਂ, ਉਹਦੇ ਲਈ ਵੀ ਲੋਕਾਂ ਨੇ ਜਿਹੜਾ ਉਪਰਾਲਾ ਕੀਤਾ, ਕਿਸੇ ਨੂੰ ਰਾਸ਼ਨ ਦੇਣ ਦਾ, ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ। ਉਹਦੇ ਨਾਲ ਦਵਾਈਆਂ ਦੀ ਬੜੀ ਵੱਡੀ ਦਿੱਕਤ ਸੀਗੀ ਕਿ ਕਈ ਮਹਿੰਗੀਆਂ ਮਿਲ ਰਹੀਆਂ ਸੀ, ਕਈ ਮਿਲ ਹੀ ਨਹੀਂ ਸੀ ਰਹੀਆਂ, ਕਿਤੇ ਦੁਕਾਨਾਂ ਦਾ ਵੀ ਨਹੀਂ ਸੀ ਪਤਾ ਲੱਗਦਾ। ਤੇ ਜੋ ਉਪਰਾਲਾ ਇਹਨਾਂ ਗੁਪਤਾ ਜੀ ਦੇ ਸਹਿਯੋਗ ਨਾਲ ਸਿੱਖ ਵੈਲਫੇਅਰ ਕੌਂਸਲ ਨੇ ਕੀਤਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ। ਔਰ 54-55 ਦਿਨ ਅੰਮ੍ਰਿਤਸਰ ਸੇਵਾ ਕਰਨ ਤੋਂ ਬਾਅਦ ਅੱਜ ਜਿੰਨੀ ਕੁ ਮੈਨੂੰ ਇੱਥੇ ਆ ਕੇ ਅਥਾਹ ਖੁਸ਼ੀ ਇਸ ਗੱਲ ਦੀ ਮਿਲੀ ਹੈ ਕਿ ਮੈਂ ਗੁਰਦੁਆਰਾ ਸਾਹਿਬ ਗਿਆ, ਉੱਥੇ ਜਿਹੜਾ ਪਾਠ ਚੱਲਦਾ ਸੀਗਾ, ਕੀਰਤਨ ਚੱਲਦੇ ਸੀਗੇ, ਤੇ ਉੱਥੇ ਖਾਨ ਸਾਹਿਬ ਨੇ ਕੀਰਤਨ ਕੀਤਾ। ਉੱਥੇ ਬਹਿ ਕੇ ਤੇ ਮੈਂ ਪਹਿਲਾਂ ਇਹਨਾਂ ਨੂੰ ਪੁੱਛਦਾ ਸੀਗਾ ਕਿ ਇਹ ਰੋਜ਼ੇ ਜਿਹੜੇ ਆ ਸਾਲ 'ਚ 2 ਵਾਰੀ ਨੇ ਕਿ 1 ਵਾਰੀ, ਕਿਉਂਕਿ ਮੇਰੇ ਮਨ ਦੀ ਬੜੀ ਤਮੰਨਾ, ਮੈਂ 1 ਵਾਰੀ, ਮੈਂ ਝੂਠ ਨਹੀਂ ਬੋਲਿਆ ਕਦੀ, ਮੈਂ ਰੱਖਣਾ ਚਾਹੁੰਦਾ ਕਿ ਅੱਲਾ ਦੀ ਬੜੀ ਬਖਸ਼ਿਸ਼ ਹੁੰਦੀ ਆ ਸਿਹਤ ਦੇ ਉੱਤੇ। ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਸੀਗਾ ਫੁਰਸਤ 'ਚ ਇਹਨਾਂ ਨੂੰ। ਇਹ ਸੁਮੇਲ ਜਿਹੜਾ ਆਪਸ ਦੇ ਵਿੱਚ ਬਣਿਆ ਰਵੇ, ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ, ਇੱਕ ਦੂਜੇ ਦਾ ਸਾਥ ਦਿੱਤਾ ਜਾਵੇ। ਮੈਂ ਜਿਸ ਦਿਨ ਇਹ ਲਾਕਡਾਊਨ ਸ਼ੁਰੂ ਹੋਇਆ ਸੀ ਉਸ ਦਿਨ ਕਹਿ ਦਿੱਤਾ ਸੀਗਾ ਕਿ ਲੋਕ ਸਵੇਰੇ ਕਮਾ ਕੇ ਤੇ ਰਾਤ ਨੂੰ ਖਾਣ ਵਾਲੇ ਨੇ। ਕਈ ਲੋਕਾਂ ਨੇ ਬੜੇ ਸਵਾਲ ਕੀਤੇ ਸੀ ਕਿ ਕਿਸੇ ਦੇ ਘਰ 2 ਦਿਨ ਦਾ ਰਾਸ਼ਨ ਤੇ ਹੋਊਗਾ, 3 ਦਿਨ ਦਾ ਰਾਸ਼ਨ ਤੇ ਹੋਊਗਾ। ਤੇ ਮੈਂ ਉਦੋਂ ਕਿਹਾ ਸੀਗਾ ਕਿ ਜਿਹੜਾ ਬੰਦਾ ਸਵੇਰੇ ਦਿਹਾੜੀ ਕਰਦਾ, ਕੋਈ ਬੂਟ ਪਾਲਿਸ਼ ਵਾਲਾ, ਕੋਈ ਦਿਹਾੜੀ ਵਾਲਾ, ਉਹ ਕੋਈ ਸ਼ਾਮ ਤੱਕ ਦਾ ਵੀ ਰਾਸ਼ਨ ਨਹੀਂ ਹੁੰਦਾ, ਉਹਦੇ ਬੱਚਿਆਂ ਦਾ ਦੁੱਧ ਨਹੀਂ ਹੁੰਦਾ। ਇਸ ਕਰਕੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀਗਾ। ਇੱਥੇ ਵੀ ਜਿਹੜਾ ਇਹਨਾਂ ਨੇ ਇਹ ਸੇਵਾ ਨਿਭਾਈ ਹੈ, ਮੈਂ ਫਿਰ ਕਹਿਣਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਇਹਨਾਂ ਚੀਜ਼ਾਂ ਦੀ। ਇਹ ਮੈਂ ਉਦੋਂ ਕਿਹਾ ਸੀਗਾ ਕਿ ਖੁਦਕੁਸ਼ੀਆਂ ਸ਼ੁਰੂ ਹੋ ਜਾਣਗੀਆਂ, ਲੋਕਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਹੁਣ ਮੈਨੂੰ ਪਤਾ ਲੱਗਾ ਸੀਗਾ ਕਿ 3-4 ਦਿਨ ਪਹਿਲਾਂ ਲੁਧਿਆਣੇ ਇੱਕ ਖੁਦਕੁਸ਼ੀ ਹੋਈ ਸੀ, ਕੱਲ ਅੰਮ੍ਰਿਤਸਰ ਹੋ ਗਈ। ਮੈਂ ਨਹੀਂ ਕਹਿੰਦਾ ਉਹ ਭੁੱਖ ਨਾਲ ਹੋਈ ਹੈ, ਕਿਉਂਕਿ ਜੇ ਸਾਡੇ ਸ਼ਹਿਰ 'ਚ ਖੁਦਕੁਸ਼ੀ ਭੁੱਖ ਨਾਲ ਹੋਈ ਹੁੰਦੀ ਤੇ ਸਾਡੇ ਮੱਥੇ ਤੇ ਬੜਾ ਵੱਡਾ ਕਲੰਕ ਹੁੰਦਾ। ਉੱਥੇ ਹੋਰ ਲੋਕਾਂ ਦੀਆਂ ਮਜਬੂਰੀਆਂ ਨੇ, ਬੱਚਿਆਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਲੋਕਾਂ ਨੇ ਵਿਆਜੀ ਪੈਸੇ ਫੜੇ ਹੁੰਦੇ ਨੇ ਛੋਟਾ ਆਪਣਾ ਕੰਮ ਕਰਨ ਲਈ। ਕੋਈ 8000 ਰੁਪਇਆ ਲੈ ਕੇ 100 ਰੁਪਇਆ ਰੋਜ਼ 100 ਦਿਨ ਮੋੜਦੇ ਨੇ, 10-10 ਹਜ਼ਾਰ ਰੁਪਇਆ ਮੋੜਨਾ ਪੈਂਦਾ। ਇਹੋ ਜਿਹੀਆਂ ਤੰਗੀਆਂ ਲੋਕਾਂ ਨੂੰ ਆ ਰਹੀਆਂ ਸੀ। ਅੱਜ ਮੈਂ ਇੱਥੇ ਵੀ ਜਾਣਾ ਜਿੱਥੇ ਖੁਦਕੁਸ਼ੀ ਹੋਈ ਸੀਗੀ, ਉਸ ਪਰਿਵਾਰ 'ਚ ਮੈਂ ਜ਼ਰੂਰ ਜਾਊਂਗਾ। ਤਾਂ ਜੋ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਸਾਰੇ ਇੱਕ ਦੂਜੇ ਦਾ ਸਾਥ ਦਿਓ, ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਨਜਿੱਠਿਆ ਜਾਵੇ। ਸਾਰਾ ਨਜਿੱਠ ਨਹੀਂ ਸਕਦੇ, ਮੈਂ ਨਹੀਂ ਕਹਿੰਦਾ ਮੈਂ ਇਕੱਲਾ ਕਿਸੇ ਦੀ ਮਦਦ ਕਰ ਸਕਦਾ। ਸਿੱਖ ਵੈਲਫੇਅਰ ਕੌਂਸਲ ਕਿਸੇ ਨੂੰ ਇਕੱਲੇ ਨੂੰ ਮਤਲਬ ਸਾਰੇ ਸ਼ਹਿਰ ਨੂੰ ਖਵਾ ਸਕਦੀ ਹੈ, ਲੋੜਾਂ ਪੂਰੀਆਂ ਕਰ ਸਕਦੀ ਹੈ। ਇੱਕ ਦੂਜੇ ਦਾ ਜਿਹੜਾ ਸਾਥ ਦੇਣਾ ਪਊਗਾ ਔਰ ਇੱਕ ਦੂਜੇ ਦੇ ਨਾਲ ਪਿਆਰ ਬਣਾ ਕੇ, ਬਿਨਾਂ ਕਿਸੇ ਧਰਮ ਤੋਂ, ਜਾਤ ਪਾਤ ਤੋਂ, ਮਤਲਬ ਊਚ ਨੀਚ ਤੋਂ, ਇੱਕ ਦੂਜੇ ਦੀ ਮਦਦ ਜਿਹੜੀ ਕਰਨੀ ਚਾਹੀਦੀ ਹੈ। ਜਿਹੜਾ ਵੀ ਬੰਦਾ ਜਿੰਨਾ ਸਮਰੱਥ ਹੈ, ਚਾਹੇ ਉਹ 1 ਬੰਦੇ ਦੀ ਕਰੇ, ਚਾਹੇ 2 ਬੰਦਿਆਂ ਦੀ ਕਰੇ। ਇਸ ਦੌਰ ਦੇ ਵਿੱਚ ਇਹਨੂੰ ਦੁਨੀਆ ਦੇ ਵਿੱਚ ਇਹੀ ਤੁਹਾਡੇ ਚੰਗੇ ਕਰਮ ਨੇ। ਗੁਰਦੁਆਰੇ ਚਲੇ ਜਾਓ, ਮੰਦਿਰ ਚਲੇ ਜਾਓ। ਵੀਰ ਸਿੰਘ ਹੋਣਾ ਬੜਾ ਵਧੀਆ ਲਿਖਿਆ ਸੀਗਾ ਕਿ ਸੇਵਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੱਥਾ ਟੇਕਣ ਨਾਲੋਂ। ਮੈਂ ਫਿਰ ਕਹਿੰਦਾ ਕਿ ਇੱਕ ਦੂਜੇ ਦਾ ਸਾਥ ਦਿਓ। ਅੱਜ ਮੈਂ ਲੁਧਿਆਣੇ ਆਇਆ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਮਤਲਬ ਦੌਰ ਤੇ ਬੜਾ ਮੰਦਭਾਗਾ ਗੁਜ਼ਰ ਰਿਹਾ, ਪਰ ਇਹਨਾਂ ਦੇ ਉਪਰਾਲਿਆਂ ਕਰਕੇ ਜਿਹੜੀ ਮੈਨੂੰ ਖੁਸ਼ੀ ਹੋਈ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ, ਜਿੰਦੂ ਹੋਣਾ ਦਾ, ਵੀਰ ਸਿੰਘ ਹੋਣਾ ਦਾ, ਖਾਨ ਸਾਹਿਬ ਦਾ। ਜਿੱਦਾਂ ਦੇਖਿਆ ਹੈ ਫੇਸਬੁੱਕ ਤੇ, YouTube ਤੇ, ਤੁਸੀਂ ਸੋਸ਼ਲ ਮੀਡੀਆ ਤੇ ਸ਼ਾਇਦ ਪਏ ਹੋਏ ਹੋ, ਲੇਕਿਨ ਕੁਝ ਲੋਕ ਤੁਹਾਡੀਆਂ ਸੱਚਾਈਆਂ ਨੂੰ ਦੇਖ ਕੇ ਤੇ ਲੋਕ ਤੁਹਾਨੂੰ ਚੈਲੰਜ ਵੀ ਕਰਦੇ, ਉਹਨਾਂ ਦਾ ਜਵਾਬ ਦੇ ਕਿੱਦਾਂ ਦੋਗੇ? ਜਿਹੜਾ ਬੰਦਾ ਸੱਚ ਬੋਲਦਾ ਜੀ ਉਹਨੇ ਛਾਉਣਾ ਹੀ ਛਾਉਣਾ। ਤੁਸੀਂ ਵੀ ਬੋਲ ਲਓ, ਕੋਈ ਵੀ ਬੋਲ ਲੇ। ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਦੀ ਕਿਸੇ ਗੱਲ ਦਾ ਮਤਲਬ ਸਵਾਲ ਦਾ ਜਵਾਬ ਦਿੱਤੇ ਬਿਨਾਂ ਰਹਿ ਨਹੀਂ ਸਕਦਾ। ਮੇਰਾ ਓਪਨ ਚੈਲੰਜ ਹੈ, ਵਾਹ 'ਚ ਗੱਲਾਂ ਕਰੀ ਜਾਓ। ਮੇਰਾ ਬਾਦਲ ਸਾਹਿਬ ਪੈਨ ਚੁੱਕ ਕੇ ਲੈ ਗਏ ਸੀ, ਮੇਰਾ ਮੋਦੀ ਪੈਸੇ ਕੱਢ ਕੇ ਲੈ ਗਿਆ, ਕੋਈ ਇੱਕ ਪ੍ਰੂਫ ਮੇਰੇ ਖਿਲਾਫ ਲੈ ਕੇ ਆਵੇ। ਮੈਂ ਨਹੀਂ ਕਹਿੰਦਾ ਕਿ ਮੈਂ ਰੱਬ ਆ, ਮੈਂ ਕੋਈ ਬਾਬੇ ਨਾਨਕ ਹੋਣਾ ਦਾ ਬੇਟਾ ਵਾਂ। ਜ਼ਿੰਦਗੀ 'ਚ ਜੇ ਗਲਤੀਆਂ ਹੋਈਆਂ ਵੀ ਹੋਣਗੀਆਂ, ਕੋਈ ਇੱਕ ਪ੍ਰੂਫ ਮੈਨੂੰ ਮੇਰੀ ਜ਼ਿੰਦਗੀ 'ਚ ਦਵੇ ਤੇ ਮੈਂ ਸੰਗਤ ਦੇ ਸਾਹਮਣੇ, ਕੈਮਰੇ ਦੇ ਸਾਹਮਣੇ ਕਹੂੰਗਾ ਕਿ ਮੈਂ ਗਲਤੀ ਕੀਤੀ ਹੈ, ਮੈਨੂੰ ਸੰਗਤ ਨੇ ਮਾਫ ਕਰਨਾ ਕਰ ਦੇਵੇ। ਊਲ ਜਲੂਲ ਗੱਲਾਂ ਦੇ ਮੈਂ ਕੀ ਜਵਾਬ ਦਊਂਗਾ? ਉਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਕੋਈ ਸਿੰਗਲ ਮੀਡੀਆ ਨੂੰ ਮੈਂ ਕਹਿੰਦਾ, ਜੇ ਕੋਈ ਮੀਡੀਆ ਦੇ ਵਿੱਚ ਆਉਂਦਾ ਤੈਨੂੰ ਕੋਈ ਸਿੰਗਲ ਪ੍ਰੂਫ ਤੇ ਲੈ ਕੇ ਆਵੇ। ਮੈਂ ਜਿੰਨੀਆਂ ਗੱਲਾਂ ਲੈ ਕੇ ਆਉਣਾ, ਮੇਰੀ ਇੱਕ ਵੀ ਗੱਲ ਬਿਨਾਂ ਪ੍ਰੂਫ ਤੋਂ ਹੋਵੇ ਤੇ ਮੈਂ ਉਸੇ ਦਿਨ ਆਪਣੇ ਘਰ ਪੈ ਜਾਊਂਗਾ। ਤੇ ਜਿੱਦਾਂ ਦੇਖਿਆ ਹੈ ਪ੍ਰਵਾਸੀ ਲੋਕ ਜਾ ਰਹੇ ਹਨ, ਇੰਡਸਟਰੀ ਬਿਲਕੁਲ ਪੰਜਾਬ ਦੀ ਜਿਹੜੀ ਹੈਗੀ ਬਿਲਕੁਲ ਕਿਤੇ ਜਾਏ। ਦੇਖੋ ਜੀ, ਮੈਂ ਇੱਕ ਦਿਨ ਅੱਗੇ ਵੀ ਬੋਲਿਆ ਸੀਗਾ ਕਿ ਪੰਜਾਬ ਦਾ ਯੂਥ ਜਿਹੜਾ ਉਹ ਬਾਹਰ ਜਾ ਚੁੱਕਾ ਹੈ। ਜਿੰਨੇ ਪੜ੍ਹੇ ਲਿਖੇ ਲੋਕ ਨੇ, ਬੱਚੇ ਇੱਥੇ ਰਹਿਣਾ ਹੀ ਨਹੀਂ ਪਸੰਦ ਕਰਦੇ। ਤੁਸੀਂ 20-25 ਸਾਲ ਪਹਿਲਾਂ ਜਾਓ,
ਉਦੋਂ ਬੱਚਾ ਉਹ ਬਾਹਰ ਜਾਂਦਾ ਸੀ ਜਿਹਦੇ ਕੋਲ ਇੱਥੇ ਸਕੋਪ ਕੋਈ ਨਹੀਂ ਸੀ ਹੁੰਦਾ। ਅੱਜ ਦੀ ਤਰੀਕ 'ਚ ਜਿਸ ਬੰਦੇ ਕੋਲ 1000 ਕਰੋੜ ਰੁਪਏ ਦੀ ਟਰਨਓਵਰ ਹੈ, ਉਹ ਵੀ ਆਪਣੇ ਬੱਚੇ ਨੂੰ ਬਾਹਰ ਸੈੱਟ ਕਰਦਾ। ਨੌਜਵਾਨ ਸਾਡਾ ਪੜ੍ਹਿਆ ਲਿਖਿਆ ਬਾਹਰ ਚਲੇ ਗਿਆ, ਪ੍ਰਵਾਸੀਆਂ ਨੇ ਬਾਹਰ ਚਲੇ ਜਾਣਾ ਤੇ ਇਸ ਪੰਜਾਬ ਨੂੰ ਚਲਾਉਣਾ ਕਿੰਨੇ ਆ? ਇਹ ਬਿਆਬਾਨ ਹੋ ਜਾਊਗਾ। ਇੱਥੇ ਕੋਈ ਕੰਮ ਨਹੀਂ ਹੋਊਗਾ, ਇੱਥੇ ਕੁਝ ਨਹੀਂ ਹੋਊਗਾ। ਅੱਗੇ ਹੀ ਡੁੱਬੇ ਪਏ ਆ ਵੱਖਰੀਆਂ ਮਾਰਾਂ ਦੇ ਨਾਲ, ਕੋਈ ਨਸ਼ਿਆਂ ਨਾਲ ਕਹ ਲਓ, ਕੋਈ ਕਿਸੇ ਤਰੀਕੇ ਦੀਆਂ ਵੀ ਕਰੋਪੀਆਂ ਨਾਲ, ਕਰਪਸ਼ਨ ਦੇ ਨਾਲ। ਜੇ ਕਾਮੇ ਵੀ ਚਲੇ ਗਏ, ਪੜ੍ਹੇ ਲਿਖੇ ਵੀ ਚਲੇ ਗਏ, ਤੇ ਫਿਰ ਮੇਰਾ ਨਹੀਂ ਖਿਆਲ ਇਹ ਪੰਜਾਬ ਕੋ ਬਹੁਤਾ ਚਿਰ ਜੀ ਸਕੂਗਾ ਜਾਂ ਇਹ ਤਰੱਕੀ ਕਰ ਸਕੂਗਾ। ਸਰ ਜਿਹੜੇ ਨਿਵਾਸੀ ਆ ਉਹਨਾਂ ਨੂੰ ਬਿਜਲੀ ਦੇ ਬਿੱਲ ਨਹੀਂ ਦੇ ਪਾ ਰਹੇ ਤੇ ਆਪਣਾ ਕੁਝ ਸਕੂਲ ਫੀਸ ਨੂੰ ਵੀ ਲੈ ਕੇ ਆ ਕਿ ਟਿਊਸ਼ਨ ਫੀਸ ਲਿੱਤੀ ਜਾਣਗੀਆਂ ਹੁਣ ਆਨਲਾਈਨ ਕਰਕੇ, ਤੇ ਉਹਦੇ ਵਿੱਚ ਕੀ ਹੈ? ਗਰਾਊਂਡ ਲੈਵਲ ਤੇ ਸਰਕਾਰ ਵੱਲੋਂ ਕੰਮ ਨਹੀਂ ਕੀਤਾ ਗਿਆ ਜੀ। ਗਰਾਊਂਡ ਲੈਵਲ ਤੇ ਇਹੋ ਜਿਹੇ ਐਨਜੀਓ, ਮੇਰਾ ਕੋਈ ਐਨਜੀਓ ਨਹੀਂ ਚੱਲਦਾ ਵੈਸੇ, ਐਨਜੀਓਜ਼ ਦੇ ਨਾਲ ਸੰਪਰਕ ਕਰਦੇ, ਲੋਕਾਂ ਦੇ ਜ਼ਮੀਨੀ ਹਾਲਾਤ ਦੇਖਦੇ। ਸਰਕਾਰ ਨੇ ਕਹਿ ਦਿੱਤਾ ਸੀ ਕਿਰਾਇਆ ਨਾ ਲਓ ਇੱਕ ਦੂਜੇ ਤੋਂ, ਪ੍ਰਾਈਵੇਟ ਸੈਕਟਰ ਵਾਲੇ ਇੱਕ ਦੂਜੇ ਨੂੰ ਤਨਖਾਹਾਂ ਦੇਣ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ। ਮੈਂ ਸਰਕਾਰ ਨੂੰ 2-3 ਐਗਜ਼ਾਮਪਲਸ ਦਿੱਤੀਆਂ ਸੀਗੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮੰਨ ਲਓ ਮੈਂ ਬਜ਼ੁਰਗ ਹਾਂ, ਮੇਰੇ ਘਰ ਦਾ ਇੱਕ ਪੋਰਸ਼ਨ ਮੈਂ ਕਿਰਾਏ ਤੇ ਦਿੱਤਾ ਹੋਇਆ, ਮੇਰਾ ਕੋਈ ਸਾਧਨ ਹੀ ਨਹੀਂ ਹੈਗਾ, ਮੇਰੇ ਕੋਲ ਰੋਟੀ ਨਹੀਂ ਹੈਗੀ, ਮੇਰੇ ਕੋਲ ਦਵਾਈ ਨਹੀਂ ਹੈਗੀ, ਤੇ ਮੈਂ ਕਿਰਾਇਆ ਵੀ ਬੰਦ ਕਰ ਦੂੰਗਾ ਤਾਂ ਮੈਂ ਭੁੱਖੇ ਥੋੜੀ ਮਰ ਜਾਣਾ। ਮੇਰੀ ਰੋਜੀ ਰੋਟੀ ਦਾ ਪ੍ਰਬੰਧ ਕਰੋ, ਮੈਂ ਕਿਰਾਇਆ ਨਹੀਂ ਲਵਾਂਗਾ। ਪ੍ਰਾਈਵੇਟ ਸੈਕਟਰ ਨੇ ਜਿੱਥੇ 15 ਦਿਨ 20 ਦਿਨ ਲਾਕਡਾਊਨ ਸੀਗਾ, ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਤਨਖਾਹਾਂ ਦਿੱਤੀਆਂ, ਪਰ ਪ੍ਰਾਈਵੇਟ ਸੈਕਟਰ ਦੇ ਵੀ ਕਿਤੇ ਨਾ ਕਿਤੇ ਹੱਥ ਖੜੇ ਨੇ। ਕਰੋੜਾਂ ਦੇ ਲੋਨ ਨੇ ਉਹਨਾਂ ਤੇ, ਲੱਖਾਂ ਦੇ ਕਰਜ਼ੇ ਨੇ ਉਹਨਾਂ ਦੇ। ਕਿੰਨੀ ਕੁ ਦੇਰ ਉਹ ਦੇ ਸਕਦੇ ਸੀ? ਲੋਕਾਂ ਕੋਲੋਂ ਮੱਤ ਮੰਗਦੇ ਨੇ ਕਿ ਤੁਸੀਂ ਸਾਰਾ ਕੁਝ ਕਰੋ। ਆਪ ਸਰਕਾਰ ਨੇ ਕੀ ਕੀਤਾ? ਆਪ ਸਰਕਾਰ ਤੇ ਬਿਜਲੀ ਦੇ ਬਿੱਲ ਤੱਕ ਮਾਫ ਨਹੀਂ ਕਰ ਸਕੀ। ਆਪਣਾ ਇਹਨਾਂ ਦਾ ਕੀ ਯੋਗਦਾਨ ਹੈ ਇਹਦੇ ਵਿੱਚ? ਇਹਦੇ ਤੇ ਮੈਂ ਇਹੋ ਕਹੂੰਗਾ, ਨਾ ਨੁਸਖਾ ਨਾ ਦਵਾ ਦੇਤੇ ਹੈ, ਬਸ ਪਰਹੇਜ਼ ਬਤਾ ਦੇਤੇ ਹੈ ਵੀ ਤੁਸੀਂ ਆਪੋ ਆਪ ਹੀ ਸਾਰ ਲਓ, ਸਾਡੇ ਕੋਲ ਤੇ ਕੁਛ ਹੈਗਾ ਨਹੀਂ। ਮੈਨੂੰ ਬਹੁਤ ਖੁਸ਼ੀ ਹੋ ਰਹੀ ਆ। ਸਾਡੇ ਭਾਜੀ ਹੁਣੀ, ਮਨਪ੍ਰੀਤ ਭਾਜੀ ਹੁਣੀ, ਬਲਜਿੰਦਰ ਭਾਜੀ ਹੁਣੀ, ਸਾਡੇ ਬਾਬਾ ਜੀ ਤੇ ਵੀਰ ਸਿੰਘ ਜੀ ਭਾਜੀ ਹੁਣੀ, ਗੁਪਤਾ ਜੀ, ਇਹਨਾਂ ਸਾਰਿਆਂ ਨੇ ਮੈਨੂੰ ਖੜ ਕੇ ਸੱਚੀ ਮੈਨੂੰ ਇਦਾਂ ਲੱਗਦਾ ਵੀ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਕੰਮ ਅਸੀਂ ਕਰ ਰਹੇ ਹਾਂ ਸਾਰੇ ਜਾਣੇ, ਹੈ ਨਾ। ਕਰਾਉਣ ਵਾਲਾ ਤਾਂ ਅੱਲਾ ਪਾ ਕੇ ਵਾਹਿਗੁਰੂ ਹੈ, ਤੇ ਪਰ ਅਸੀਂ ਸਾਰਿਆਂ ਵਾਸਤੇ ਜਿੰਨਾ ਕੁ ਸਾਡੇ ਤੋਂ ਹੋ ਸਕਦਾ ਆ ਅਸੀਂ ਉਪਰਾਲਾ ਕਰ ਰਹੇ ਹਾਂ। ਇਹ ਗੁਪਤਾ ਜੀ ਉਪਰਾਲਾ ਕਰ ਰਹੇ ਆ ਤੇ ਅਸੀਂ ਇਹਨਾਂ ਦੇ ਨਾਲ ਆ। ਤੇ ਮੈਂ ਪਹਿਲਾਂ ਵੀ ਕੱਲ ਪਰਸੋਂ ਵੀ ਮੈਂ ਸੋਚਦਾ ਸੀ, ਮੈਂ ਕਿਹਾ ਵੀ ਮੈਂ ਸਪੈਸ਼ਲੀ ਜਦੋਂ ਦਵਾਈਆਂ ਬਹੁਤ ਮਹਿੰਗੀਆਂ ਆਉਂਦੀਆਂ ਨੇ, ਪਰ ਇੱਥੇ ਮੈਨੂੰ ਦੱਸਿਆ ਗਿਆ ਵੀ ਜੋ ਪ੍ਰਿੰਟ ਰੇਟ ਤੇ ਦਵਾਈ ਪਿੱਛੋਂ ਆਊਗੀ ਤੇ ਉਹ ਹੀ ਉਸੇ ਹਿਸਾਬ ਦੇ ਨਾਲ ਹੀ ਦਿੱਤੀ ਜਾਊਗੀ। ਤੇ ਹਾਂਜੀ ਪਰਚੇਜ਼ ਰੇਟ ਤੇ, ਹਾਂਜੀ ਪਰਚੇਜ਼ ਰੇਟ ਤੇ ਦਿੱਤੀ ਜਾਊਗੀ। ਤੇ ਮੈਂ ਤਾਂ ਸਮਾਂ ਸੋਚਦਾ ਸੀ ਵੀ ਮੈਂ ਆਪਣੇ ਪਿੰਡ ਵੀ ਅਨਾਉਂਸਮੈਂਟ ਕਰਾ ਦਾਂ, ਕਿਉਂਕਿ ਅਸੀਂ ਲੋਕਡਾਊਨ ਚੱਲ ਰਿਹਾ, ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੇ ਹੋਏ ਹੈਗੇ ਆ। ਤੇ ਸਾਰੇ ਮੈਂ ਤਾਂ ਪੰਜਾਬ ਨੂੰ ਅਪੀਲ ਕਰਦਾ, ਇੱਕ ਇੱਥੇ ਵੀਡੀਓ ਬਣਾਵਾਂਗੇ ਤੇ ਆਪਣੇ ਅਸੀਂ ਚੈਨਲ ਤੇ ਵੀ ਪਾਵਾਂਗੇ, ਤੇ ਬਹੁਤ ਐਕਟਿਵ ਹੈ ਸਾਡਾ ਵੀ ਚੈਨਲ, ਤੇ ਅਸੀਂ ਉਹਦੇ ਉੱਤੇ ਪਾਵਾਂਗੇ। ਤੇ ਜਿਹੜੇ ਲੋੜਵੰਦ ਆ ਉਹ ਉੱਥੇ ਨੰਬਰ ਵੀ ਦੇਵਾਂਗੇ, ਸਾਰਾ ਕੁਝ ਗੁਪਤਾ ਜੀ ਦਾ, ਪ੍ਰਿੰਸ ਵੀਰੇ ਦਾ, ਬਲਜਿੰਦਰ ਭਾਜੀ ਉਹਨਾਂ ਦਾ, ਸਾਰਿਆਂ ਦਾ ਆਪਾਂ ਨੰਬਰ ਦੇਵਾਂਗੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਤੱਕ ਨੰਬਰ ਪਹੁੰਚਾਏ ਜਾਣ ਤੇ ਤੁਸੀਂ ਸਾਰੇ ਜਾਣੇ ਇੱਥੋਂ ਆ ਕੇ ਦਵਾਈ ਲਓ ਜੋ ਸਸਤੀ ਤੁਹਾਨੂੰ ਬਣਦੀ ਮਿਲਦੀ ਹੈ। ਤੇ ਅੱਲਾ ਸਾਰਿਆਂ ਦਾ ਭਲਾ ਕਰੇ। ਆਪਾਂ ਤਾਂ ਇਹੀ ਕਹਿੰਦੇ ਆ ਵੀ ਸਾਰਿਆਂ ਦਾ ਭਲਾ ਹੋਵੇ ਤੇ ਸਰਬੱਤ ਦਾ ਭਲਾ ਵਾਹਿਗੁਰੂ ਕਰੇ, ਅੱਲਾ ਪਾਕ ਕਰੇ, ਤੇ ਸਾਰੇ ਖੁਸ਼ ਰਹਿਣ, ਆਬਾਦ ਰਹਿਣ। ਮੈਂ ਬੇਨਤੀ ਕਰਾਂ ਲੋਕਾਂ ਕੋਲ ਬਹੁਤ ਤਾਦਾਦ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰਦੁਆਰਿਆਂ ਕੋਲ, ਮੰਦਰਾਂ ਕੋਲ, ਮਸਜਿਦਾਂ ਕੋਲ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਹੁਤ ਮਾਇਆ ਦਿੱਤੀ ਹੈ, ਬਹੁਤ ਚੜ੍ਹਦੀ ਰਹੀ ਹੈ ਮਾਇਆ। ਅੱਜ ਜਿੱਥੇ ਆਮ ਬੰਦਾ ਇੱਕ ਦੂਜੇ ਦੀ ਮਦਦ ਕਰ ਰਿਹਾ, ਗੁਰਦੁਆਰਿਆਂ ਵਿੱਚੋਂ ਵੀ ਲੰਗਰ ਚੱਲ ਰਿਹਾ। ਮੈਂ ਚਾਹੁੰਦਾ ਸਾਰੇ ਹੀ ਧਾਰਮਿਕ ਅਦਾਰੇ ਜਿਹੜੇ ਨੇ, ਕਿਉਂਕਿ ਮੈਂ ਰਿਲੀਜੀਅਸ ਪਰਸਨ ਹਾਂ ਤੇ ਮੈਂ ਸਮਾਜਿਕ ਤੌਰ ਤੇ ਘੱਟ ਵਿਚਰਦਾ, ਮੈਨੂੰ ਘੱਟ ਪਤਾ, ਪਰ ਰਿਲੀਜੀਅਸ ਦੇ ਤਬਕੇ ਨੇ ਅਗਰ ਉਹ ਚਾਹਣ ਤਾਂ ਸਾਡਾ ਇੰਡੀਆ ਬਹੁਤ ਅੱਗੇ ਜਾ ਸਕਦਾ। ਇਹ ਕੰਮ ਜਿਹੜਾ ਛੋਟੇ 5-7 10 20 50 ਵੀਰ ਮਿਲ ਕੇ ਕਰਦੇ ਨੇ, ਅਗਰ ਸਾਰੇ ਸੁਚੇਤ ਹੋ ਜਾਈਏ ਤੇ ਅਸੀਂ ਸਾਰਿਆਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਕੰਮ ਸਰਕਾਰਾਂ ਦਾ ਹੈ ਜਿਵੇਂ ਭਾਈ ਸਾਹਿਬ ਕਹਿ ਰਹੇ ਸੀ, ਪਰ ਅਵੇਸਲੀਆਂ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ। ਤਾਂ ਹੀ ਇੱਕ ਆਮ ਬੰਦੇ ਨੂੰ ਅੱਗੇ ਆਉਣਾ ਪੈਂਦਾ ਤੇ 10ਵਾਂ ਹਿੱਸਾ ਕੱਢਣਾ ਹਰ ਧਰਮ ਵਿੱਚ ਦੱਸਿਆ। ਸਾਡੇ ਸਿੱਖ ਧਰਮ ਵਿੱਚ ਤੇ ਮੁੱਢਲਾ ਸਿਧਾਂਤ ਹੈ ਕਿ ਜਿੰਨਾ ਤੁਸੀਂ ਕਮਾਈ ਕਰਨੀ ਉਹਦਾ ਦਸਵੰਧ ਬਾਬੇ ਕੇ ਨਾ ਦੇ ਹੈ, ਬਾਬਰ ਕੇ ਦੇ ਹੈ। ਜੇ ਬਾਬੇ ਦਾ ਨਹੀਂ, ਬਾਬੇ ਨੂੰ ਨਹੀਂ ਦੇਗਾ ਤੇ ਕਚਹਿਰੀਆਂ ਤੇ ਡਾਕਟਰਾਂ ਨੂੰ ਦੇਗਾ। 10ਵਾਂ ਹਿੱਸਾ ਦੇਣਾ ਹੁਕਮ ਹੈ ਗੁਰੂ ਸਾਹਿਬ ਦਾ। ਤੇ ਮੈਂ ਤਾਂ ਇਨਸਾਨ ਨੂੰ ਕਹਿਣਾ ਵੀ ਤੈਨੂੰ ਵੀ ਹੁਕਮ ਹੀ ਹੈ, ਜਿਹੜੇ ਵੀ ਮਰਜ਼ੀ ਧਰਮ ਦਾ ਹੈ, ਜੇ ਤੂੰ 100 ਰੁਪਈਆ ਕਮਾਉਣਾ ਹੈ 10 ਰੁਪਈਏ ਤੈਨੂੰ ਸਮਾਜ ਵਿੱਚ ਖਰਚ ਕਰਨੇ ਚਾਹੀਦੇ ਨੇ। ਦਵਾਈਆਂ ਤੇ ਐਜੂਕੇਸ਼ਨ ਤੇ ਇਹ ਦੋ ਗੱਲਾਂ ਵੀਰ ਮੇਰਾ ਜਿਹੜਾ ਕਹਿ ਰਿਹਾ ਸੀ ਇਹ ਜ਼ਰੂਰੀ ਨੇ। ਕਿਸੇ ਵੀ ਦੇਸ਼ ਨੂੰ, ਕਿਸੇ ਵੀ ਧਰਮ ਨੂੰ, ਕਿਸੇ ਵੀ ਸੁਸਾਇਟੀ ਨੂੰ ਜੇ ਵਧਣਾ ਹੈ ਤੇ ਉਹਨੂੰ ਇਹ ਕੰਮ ਕਰਨਾ ਪਏਗਾ ਕਿ ਮੈਡੀਕਲ ਤੇ ਐਜੂਕੇਸ਼ਨ ਵੱਲ ਧਿਆਨ ਦੇਣਾ ਪਏਗਾ। ਬਹੁਤ ਪੈਸੇ ਨੇ ਇਨਸਾਨ ਕੋਲ, ਅਗਰ ਅਸੀਂ ਚਾਹੀਏ ਤੇ ਇੰਡੀਆ ਵਿੱਚ ਕੋਈ ਗਰੀਬ ਰਹਿ ਨਹੀਂ ਸਕਦਾ ਜੇ ਅਸੀਂ ਇਮਾਨਦਾਰ ਹੋ ਜਾਈਏ।
ਸਾਡਾ ਕਰਪਟ ਹੋਣਾ ਸਾਡਾ ਸਭ ਤੋਂ ਵੱਡਾ ਫਾਲਟ ਹੈ। ਆਪਣੇ ਅੰਦਰੋਂ ਬੰਦੇ ਖੋਜ ਦਿਲ ਹਰ ਰੋਜ਼ ਅੰਦਰੋਂ ਕਰਪਟ ਨਿਕਲ ਜਾਏ ਨਾ, ਅੰਦਰੋਂ ਕਰਪਸ਼ਨ ਨਿਕਲ ਜਾਏ ਤੇ ਇੰਡੀਆ 1 ਨੰਬਰ ਤੇ ਜਾ ਸਕਦਾ ਤੇ ਕੋਈ ਵੀ ਭੁੱਖਾ ਨਹੀਂ ਮਾਰ ਸਕਦਾ। ਇੱਥੇ ਰੱਬ ਦਾ ਵਾਸਤਾ ਹੈ, ਜਿਹੜਾ ਰਾਮ ਕਹਿੰਦਾ, ਅੱਲਾ ਕਹਿੰਦਾ, ਆਪਣੇ ਅੰਦਰੋਂ ਕਹਿ ਦਿਓ ਇੱਕ ਵਾਰੀ ਤੇ ਇਨਸਾਨੀਅਤ ਜਾਗੇ ਤੇ ਭਲਾ ਕਰ ਸਕਨੇ ਆ। ਵਰਨਾ ਇਹ ਨਾਰਾ ਸਰਬੱਤ ਦਾ ਭਲਾ ਕਹਿਣਾ ਬੜਾ ਸੌਖਾ, ਪਰ ਜਿਸ ਦਿਨ ਅੰਦਰ ਪ੍ਰਤੀਤ ਆਊਗੀ, ਰੱਬ ਦਾ ਡਰ ਆਊਗਾ, ਵੈਂਟੀਲੇਟਰ ਤੇ ਬੰਦਾ ਪਿਆ ਦੇਖੇਗਾ, ਬੰਦਾ ਕਰੋਨਾ ਵਾਇਰਸ ਨਾਲ ਮਰਦੇ ਬੰਦੇ ਨੂੰ ਜੇ ਆਪਣੇ ਤੇ ਹੰਡਾਏਗਾ ਜਿੰਦੇ ਆ ਜੀ, ਫਿਰ ਕਿਸੇ ਦਾ ਭਲਾ ਕਰੂਗਾ ਕਿ ਹੋ ਸਕਦਾ ਕੱਲ ਨੂੰ ਮੈਂ ਇੱਥੇ ਬੈਠਾ ਹਾਂ। ਤੇ ਜਦੋਂ ਪੇਨ ਲੈਂਦਾ ਨਾ ਬੰਦਾ ਕਿਸੇ ਦੀ, ਫਿਰ ਉੱਥੋਂ ਇਨਸਾਨੀਅਤ ਪੈਦਾ ਹੁੰਦੀ ਹੈ। ਇਹ ਸਾਰਿਆਂ ਨੂੰ ਪੇਨ ਹੈ। ਜਿਹੜਾ ਬੰਦਾ ਅੱਜ ਦੇਖੋ ਕਈ ਘਰ ਨੇ ਜਿਹੜੇ ਕਹਿੰਦੇ ਨੇ ਆਪਣੀ ਦੀਵਾਰ ਨਹੀਂ ਲੰਘਣੀ ਕਿਤੇ ਰੋਗ ਨਾ ਪੈ ਜਾਏ, ਤੇ ਇਹ ਆਪਣੇ ਸ਼ਹਿਰ ਛੱਡ ਕੇ, ਆਪਣੇ ਇਲਾਕੇ ਛੱਡ ਕੇ ਕਿਸੇ ਦੀ ਹੈਲਪ ਕਰਦੇ ਨੇ। ਇਹਦਾ ਮਤਲਬ ਮੌਤ ਨੂੰ ਹੱਥ ਤੇ ਰੱਖਿਆ ਇਹਨਾਂ ਨੇ। ਤੇ ਇੰਨੀ ਵੱਡੀ ਜੇ ਨੌਜਵਾਨ ਪੀੜ੍ਹੀ ਇੰਨਾ ਵੱਡਾ ਰਿਸਕ ਲੈ ਰਹੀ ਹੈ, ਤੇ ਸਾਰੀਆਂ ਸਰਕਾਰਾਂ ਨੂੰ, ਸਾਰੀਆਂ ਵੱਡੀਆਂ ਸੰਸਥਾਵਾਂ ਨੂੰ ਇਹਨਾਂ ਦਾ ਸਾਥ ਦੇ ਕੇ ਅੱਜ ਧੜੇਬਾਜ਼ੀ ਵਿੱਚ ਕੁਛ ਨਹੀਂ ਪਿਆ। ਕੋਈ ਅਕਾਲੀ ਹੋਵੇ, ਕੋਈ ਕਾਂਗਰਸੀ ਹੋਵੇ, ਕੋਈ ਕਿਸੇ ਵੀ ਸੁਸਾਇਟੀ ਦਾ ਹੋਵੇ, ਕਿਸੇ ਵੀ ਸੰਸਥਾ ਦਾ ਹੋਵੇ, ਕਿਸੇ ਵੀ ਦਲ ਦਾ ਹੋਵੇ, ਅੱਜ ਇਹ ਸੋਚੋ ਕਿੱਦਾਂ ਜਾਨਾਂ ਬਚਾਉਣੀਆਂ ਨੇ। ਔਰ ਇਹ ਨਾ ਸਮਝੋ ਕਿ ਸਾਡੇ ਘਰ ਨਹੀਂ ਆ ਸਕਦੀ। ਉਹ ਮੌਤ ਕਿਸੇ ਘਰ ਵੀ ਫੇਰਾ ਪਾ ਸਕਦੀ ਹੈ, ਤੇ ਜਿਹਦੇ ਘਰ ਫੇਰਾ ਪਾਊਗੀ ਨਾ, ਫਿਰ ਇਹ ਸੋਚ ਲੈ ਜੇ ਉਹਨੇ ਕਿਸੇ ਦੀ ਮਦਦ ਕੀਤੀ ਹੋਏਗੀ ਤੇ ਕਿਤੇ ਭਲਾ ਹੋ ਜਾਏਗਾ, ਜੇ ਨਹੀਂ ਕੀਤੀ ਹੋਏਗੀ ਤੇ ਫਿਰ ਨਮੋ ਕਲੇ ਕਰਤਾ। ਫਿਰ ਸਭੇ ਸਾਂਝੀ ਵਾਲ ਸदैन ਤੋਂ ਕਿਸੇ ਨਾ ਦਿਸੇ ਬਾਰਾ ਜੀ ਦੇ ਮਾਂ ਮੁਤਾਬਕ ਅਨੁਸਾਰ ਹਰ ਇੱਕ ਮਨੁੱਖ ਦਾ ਜਜ਼ਬਾ ਹੁੰਦਾ ਹੈ। ਅੱਜ ਜਿਹੜਾ ਜਜ਼ਬਾ 2-4 ਲੋਕਾਂ ਦੇ ਵਿੱਚ ਪ੍ਰਗਟ ਹੋਇਆ, ਉਹਨੇ ਏਡਾ ਵੱਡਾ ਪਰਿਵਾਰ ਬਣਾਇਆ। ਉਹਦੇ ਵਿੱਚੋਂ ਚੰਗੀ ਸੋਚ ਨੂੰ ਮਨੁੱਖਤਾ ਦੀ ਦਰਦ ਨੂੰ ਰੱਖਦਿਆਂ, ਮੁੱਖ ਰੱਖਦਿਆਂ, ਜਦੋਂ ਉਹਨਾਂ ਦੇ ਨਾਲ ਧੱਕਾ ਹੁੰਦਾ ਦੇਖਿਆ, ਉਹਨਾਂ ਦੀ ਕਾਲਾ ਬਾਜ਼ਾਰੀ ਦੇ ਵਿੱਚ ਲੁੱਟ ਹੁੰਦੀ ਦੇਖੀ, ਤੇ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਲੇਟਫਾਰਮ ਮਿਲਿਆ। ਉਹਦੇ ਵਿੱਚ ਚੰਗੀ ਸੋਚ ਵਾਲੇ ਜਿਹੜੇ ਲੋਕ ਸੀ, ਉਹਨਾਂ ਨੇ ਦੂਰੋਂ ਨੇੜਿਓਂ ਇਹਦੀ ਸਹਿਯੋਗ ਦਿੱਤਾ। ਉਸ ਸਹਿਯੋਗ ਦੀ ਹੋਂਦ ਜਿਹੜੀ ਬਣ ਕੇ ਉਹ ਗੁਰੂ ਨਾਨਕ ਮੋਦੀਖਾਨੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੋਈ ਆ। ਅੱਜ ਇਹ ਛੋਟਾ ਪ੍ਰੋਜੈਕਟ ਆ, ਅੱਜ 4 ਲੋਕਾਂ ਦਾ ਦਰਦ ਵੰਡਾਉਣ ਵਾਸਤੇ ਬਣਿਆ ਹੈ। ਇਹੀ ਸੋਚ ਅਸੀਂ ਯਤਨ ਕਰਾਂਗੇ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਲੇਵਾ ਸੰਗਤ ਬੈਠੀ ਆ, ਜਿੱਥੇ ਜਿੱਥੇ ਵੀ ਉਹ ਲੋਕ ਬੈਠੇ ਨੇ, ਉਹ ਇਸ ਸੋਚ ਨੂੰ ਥਾਂ ਦੇ ਉੱਤੇ, ਜਿਸ ਤਰ੍ਹਾਂ ਪਹਿਲਾਂ ਆਪਾਂ ਕਹਿ ਚੁੱਕੇ ਹਾਂ ਕਿ ਸਭੇ ਸਾਂਝੀ ਵਾਲ ਸदैन ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਕਿਉਂਕਿ ਮਨੁੱਖ ਕੋਈ ਵੀ ਮਜ਼ਹਬ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਪਾਤ ਦਾ ਹੋਵੇ, ਕਾਰਾ ਹੋਵੇ, ਗੋਰਾ ਹੋਵੇ, ਉਹਦੇ ਜਿਹੜੇ ਸਰੀਰਕ ਦੁੱਖ ਨੇ, ਮਾਨਸਿਕ ਦੁੱਖ ਇੱਕ ਹੀ ਨੇ। ਇਸ ਕਰਕੇ ਸਾਰਿਆਂ ਦੀਆਂ ਲੋੜਾਂ ਵੀ ਇੱਕ ਆ। ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ, ਤੰਦਰੁਸਤੀ ਦਾ ਰਾਜ ਜਾਣਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ। ਅੱਜ 5 ਪਿਆਰਿਆਂ ਨੇ ਅਰਦਾਸ ਕੀਤੀ ਆ, ਜਿਹੜੇ ਇਸ ਸੋਚ ਦੇ ਧਾਰਨੀ ਨੇ, ਇਹਦੇ ਸਹਿਯੋਗੀ ਨੇ, ਉਹ ਸਾਰੇ ਸੱਜਣ ਗੁਰੂ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਅਰਦਾਸ ਕੀਤੀ ਆ। ਤੇ ਅਸੀਂ ਵੀ ਇਹੀ ਅਰਦਾਸ ਕਰਾਂਗੇ ਕਿ ਸਾਡੇ ਜਿਹੜੇ ਚੰਗੀ ਸੋਚ ਰੱਖਣ ਵਾਲੇ, ਕਿਉਂਕਿ ਦੁਨੀਆ ਦੇ ਵਿੱਚ 2 ਪੱਖ ਤਾਂ ਰਹਿੰਦੇ ਹੀ ਰਹਿੰਦੇ ਆ, ਗਰਮੀ ਵੀ ਰਹਿੰਦੀ ਆ, ਸਰਦੀ ਵੀ ਰਹਿੰਦੀ ਆ, ਇਸੇ ਤਰ੍ਹਾਂ ਚੰਗੀ ਸੋਚ ਵਾਲੇ ਮਨੁੱਖ ਵੀ ਆ, ਮਾੜੀ ਵਾਲੇ ਵੀ ਨਹੀਂ, ਉਹ ਤਾਂ ਸਦਾ ਰਹਿਣੇ ਨੇ। ਪਰ ਇੱਕ ਥਾਂ ਦੇ, ਇੱਕ ਪਲੇਟਫਾਰਮ ਦੇ ਉੱਤੇ ਹੋ ਕੇ ਚੰਗੀ ਸੋਚ ਵਾਲੇ ਉਪਰਾਲੇ ਕਰ ਲੈਣ ਤੇ ਦੁਨੀਆ ਚੰਗੀ ਬਣ ਜਾਂਦੀ ਆ। ਜਦੋਂ ਸਾਡੀ ਸੋਚ ਦੇ ਵਿੱਚ ਨਿਘਾਰ ਆ ਜਾਂਦਾ ਤਾਂ ਦੁਨੀਆ ਨਿਘਾਰ ਵਾਲੇ ਪਾਸੇ ਚੱਲ ਜਾਂਦੀ ਆ। ਇੱਕ ਚੰਗੀ ਸੋਚ ਦਾ ਉਪਰਾਲਾ ਹੈ, ਸਿਰਫ ਅਜੇ ਸ਼ੁਰੂਆਤ ਹੋਈ ਹੈ। ਅੱਗੇ ਵਾਹਿਗੁਰੂ ਕਿਰਪਾ ਕਰਨਗੇ, ਕਿਉਂਕਿ ਜਿਸ ਅਸੀਂ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਤੁਰੇ ਆ, ਉਹਨਾਂ ਨੇ ਉਸ ਸਮੇਂ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਕਹਿ ਲਓ ਜਾਂ ਲੋੜਵੰਦਾਂ ਨੂੰ ਕਹਿ ਲਓ ਕਿ ਉਹਨਾਂ ਨੂੰ ਭੋਜਨ ਛਕਾਇਆ ਸੀ। ਅੱਜ ਉਹ ਜਿਹੜਾ ਲੰਗਰ ਆ ਵਰਲਡ ਦੇ ਵਿੱਚ ਉਹ ਪ੍ਰਫੁੱਲਤ ਹੋਇਆ ਹੈ। ਇਸੇ ਤਰ੍ਹਾਂ ਹੀ ਹੁਣ ਸਮੇਂ ਦੇ ਨਾਲ ਮਨੁੱਖ ਦੀਆਂ ਲੋੜਾਂ ਬਦਲਦੀਆਂ ਰਹਿੰਦੀਆਂ ਨੇ। ਇਸ ਤਰ੍ਹਾਂ ਅੱਜ ਜਿਸ ਤਰ੍ਹਾਂ ਦੁੱਖ ਜ਼ਿਆਦੇ ਨੇ, ਉਹਦੇ ਵਾਸਤੇ ਕੀ ਹੋਇਆ, ਉਹਦੇ ਵਾਸਤੇ ਦਵਾਈਆਂ ਦੀ ਲੋੜ ਆ, ਸਾਨੂੰ ਐਜੂਕੇਸ਼ਨ ਦੀ ਵੀ ਪ੍ਰਪੋਰਟ ਕਰਨ ਦੀ ਲੋੜ ਆ, ਹੈਲਥ ਨੂੰ ਕਰਨ ਦੀ ਲੋੜ ਆ, ਸਾਡਾ ਹਵਾ ਪ੍ਰਦੂਸ਼ਿਤ ਹੋਈ ਆ, ਪਾਣੀ ਸਾਡਾ ਪ੍ਰਦੂਸ਼ਿਤ ਹੋਇਆ ਹੈ। ਇਹੋ ਜਿਹੇ ਉਪਰਾਲੇ ਅਸੀਂ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਚੰਗੇ ਲੋਕਾਂ ਦੀ ਸੋਚ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਵਿੱਚ ਵੀ ਯੋਗਦਾਨ ਪਾਇਆ ਜਾਵੇ। ਜੀ ਬਿਲਕੁਲ, ਜਿੱਥੇ ਸਿੱਖ ਇੱਕ ਪਾਸੇ
ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ, ਕਿਉਂਕਿ ਹੁਣ ਕਰੋਨਾ ਮਹਾਮਾਰੀ ਦੇ ਚੱਲਦੇ ਜਿੱਥੇ ਭੀੜ ਪਈ ਹੈ ਤੇ ਲੋਕਾਂ ਤੱਕ ਲੰਗਰ ਦੀ ਸੇਵਾ ਜਿਹੜੀ ਹੈ ਸਿੱਖ ਜਿਹੜੇ ਹੈਗੇ ਨੇ, ਸਿੱਖ ਜਥੇਬੰਦੀਆਂ ਵੱਲੋਂ ਵੱਧ ਚੜ੍ਹ ਕੇ ਕੀਤਾ ਗਿਆ ਤੇ ਸ਼ਲਾਘਾ ਇਹਨਾਂ ਦੀ ਕੀਤੀ ਜਾ ਰਹੀ ਹੈ ਪੂਰੀ ਦੁਨੀਆ ਭਰ ਦੇ ਵਿੱਚ। ਇੱਕ ਨਵਾਂ ਕਦਮ ਇਹਨਾਂ ਨੇ ਲਿਆ ਹੈ ਕਿ ਦਵਾਈਆਂ ਮੋਦੀਖਾਨਾ ਜਿਹੜਾ ਇਹਨਾਂ ਨੇ ਖੋਲ੍ਹਿਆ ਹੈ, ਦਵਾਈਆਂ ਜਿਸ ਭਾਅ 'ਤੇ ਆਉਣਗੀਆਂ ਉਸੇ ਭਾਅ 'ਤੇ ਹੀ ਲੋਕਾਂ ਤੱਕ ਉਹ ਮੁਹੱਈਆ ਕਰਵਾਈਆਂ ਜਾਣਗੀਆਂ, ਚਾਹੇ ਦਵਾਈਆਂ ਉਹਨਾਂ ਦੇ ਘਰ ਤੱਕ ਕਿਉਂ ਨਾ ਪਹੁੰਚਾ ਕੇ ਆਉਣੀਆਂ ਪੈਣ। ਕੈਮਰਾਮੈਨ ਹੈਰੀ ਦੇ ਨਾਲ ਵਿਸ਼ਾਲ ਸ਼ਰਦਾ, ਪ੍ਰਾਈਮ ਮੁੱਦੇ, ਲੁਧਿਆਣਾ।